ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 17ਵੀਂ ਤੇ ਪਦ 8ਵਾਂ ਵਿਚਾਰਨ ਜਾ ਰਹੇ ਹਾਂ। ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਨਾਲ ਇਨਸਾਨ ਜੋ ਕੁਝ ਵੀ ਕਰਦਾ ਹੈ ਗੁਰੂ ਦੀ ਮਿਹਰ ਨਾਲ ਕਰਦਾ ਹੈ। ਕੋਈ ਵੀ ਸਿਆਣਾ ਇੰਨਾ ਵਿਅਕਤੀ ਇਸ ਧਰਤੀ 'ਤੇ ਨਹੀਂ ਵਿਵੇਕ ਬੁੱਧ ਵਾਲਾ ਜਿਹੜਾ ਸੱਚੇ ਪਾਤਸ਼ਾਹ ਦੀਆਂ ਰਮਜ਼ਾਂ ਨੂੰ ਸਮਝ ਸਕੇ। ਜਿੰਨੀ ਉਹ ਅਪਾਰ ਕਿਰਪਾ ਕਰਦੇ ਹਨ ਓਨਾ ਹੀ ਇਨਸਾਨ ਵਿਚਾਰ ਕਰ ਸਕਦਾ ਹੈ, ਓਨਾ ਹੀ ਬੋਲ ਸਕਦਾ ਹੈ, ਓਨਾ ਹੀ ਸੁਣ ਸਕਦਾ ਹੈ। ਸੁਖਮਣੀ ਸਾਹਿਬ ਇੱਕ ਸੁੱਖ ਦਾ ਖਜ਼ਾਨਾ ਹਨ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਆਰੇ ਸਿੱਖਾਂ ਨੂੰ ਪ੍ਰਭੂ ਦੇ ਨਾਲ ਜੁੜਨ ਦਾ ਇੱਕ ਸੌਖਾ ਤਰੀਕਾ ਸਮਝਾਇਆ ਹੈ, ਇੱਕ ਵਿਧੀ ਦੀ ਬਖਸ਼ਿਸ਼ ਕੀਤੀ ਹੈ। ਗੁਰੂ ਪਿਆਰਿਓ, ਦਿਨ ਰਾਤ 24 ਘੰਟੇ 8 ਪਹਿਰ 60 ਸਕਿੰਟ 60 ਮਿੰਟ 24 ਘੰਟੇ ਸਮੇਂ ਦੀ ਮਾਪਣ ਦੀ ਪਹਿਲੀ ਕਿਰਿਆ ਹੈ, ਜਿਹੜੀ ਸਦੀਆਂ ਜੁਗਾਂ ਜਗੰਤਰਾਂ ਤੱਕ ਪਹੁੰਚ ਜਾਂਦੀ ਹੈ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਇੱਕ ਛਿੰਨ ਤੋਂ ਸ਼ੁਰੂ ਕੀਤਾ ਹੈ ਕਿ ਪ੍ਰਾਣੀ ਤੈਨੂੰ ਇੱਕ ਸਵਾਸ ਜਦੋਂ ਆਉਂਦਾ ਹੈ ਤੂੰ ਉਹਦੇ ਉੱਤੇ ਵਾਹਿਗੁਰੂ ਦਾ ਨਾਮ ਲਿਖ ਦੇ। ਸਦੀਵੀ ਨਾਮ ਜਿਹੜਾ ਮੁੜ ਮੁੜ ਕੇ ਤੇਰੀ ਰਸਨਾ ਦੇ ਉੱਤੇ ਆਉਂਦਾ ਰਹੇ, ਤੂੰ ਜਪਦਾ ਰਹੇ। ਤੂੰ ਆਰਜੀ ਹੈ, ਜਾਣ ਵਾਲਾ ਹੈ, ਤੂੰ ਸਥਾਈ ਬਣ ਜਾਵੇਂ, ਹਮੇਸ਼ਾ ਦੇ ਲਈ ਅਮਰ ਹੋ ਜਾਵੇਂ ਉਹਦੀ ਕਿਰਪਾ ਦੇ ਨਾਲ। ਇਸੇ ਕਰਕੇ ਹੀ ਤੇਰੇ 24,000 ਸਵਾਸਾਂ ਨੂੰ ਸਫਲ ਬਣਾਉਣ ਦੇ ਲਈ ਸੱਚੇ ਪਾਤਸ਼ਾਹ ਨੇ ਸੁਖਮਣੀ ਸਾਹਿਬ ਦੇ ਵਿੱਚ 24,000 ਅੱਖਰਾਂ ਦੀ ਵਰਤੋਂ ਕੀਤੀ ਹੈ। ਇੱਕ ਅਸ਼ਟਪਦੀ ਦੇ ਵਿੱਚ 1,000 ਅੱਖਰ ਹਨ, 8 ਪਦ ਹਨ। 3 ਘੜੀਆਂ ਦਾ ਇੱਕ ਪਹਿਰ ਬਣਦਾ ਹੈ। ਇੱਕ ਅਸ਼ਟਪਦੀ ਦੇ 8 ਪਦ ਤੇ 8 ਪਹਿਰ 24 ਘੰਟਿਆਂ ਨੂੰ ਦਰਸਾਉਂਦੇ ਹਨ। ਪ੍ਰਾਣੀ ਦਾ ਪ੍ਰਭੂ ਨਾਲ ਸੁਮੇਲ, ਉਹਦੀ ਰਸਨਾ ਨਾਲ ਉਚਾਰੇ ਗਏ ਸ਼ਬਦ ਪ੍ਰੀਤਮ ਦੀ ਮਹਿਮਾ ਦੇ ਵਿੱਚ ਵਡਮੁੱਲੇ ਸਿੱਧ ਹੋ ਸਕਦੇ ਹਨ। ਪ੍ਰੀਤਮ ਨਾਲੋਂ ਵਿਛੜਿਆ ਹੋਇਆ ਪ੍ਰਾਣੀ ਪ੍ਰਭੂ ਨੂੰ ਮਿਲ ਸਕਦਾ ਹੈ। ਮਨ ਤਨ ਦੋਨੇ ਹੀ ਸ਼ੁੱਧ ਹੋ ਸਕਦੇ ਹਨ। ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਨਾਲ ਪ੍ਰਾਣੀ ਤੇਰਾ ਸਰੀਰ ਬਣਿਆ ਹੈ। ਉਹਦੀ ਮਰਜ਼ੀ ਨਾਲ ਤੂੰ ਇਸ ਧਰਤੀ ਉੱਤੇ ਆਇਆ ਹੈ। ਤੇਰਾ ਕੋਈ ਜ਼ੋਰ ਨਹੀਂ ਸੀ ਉਦੋਂ, ਹੁਣ ਵੀ ਤੇਰਾ ਕੋਈ ਜ਼ੋਰ ਨਹੀਂ ਹੈ। ਜਿਹਨੇ ਰਚਨਾ ਰਚਾਈ ਹੈ ਉਹ ਆਪਣੀ ਖੇਡ ਬੇਖੂਬੀ ਨਾਲ ਖੇਡ ਰਿਹਾ ਹੈ। ਤੂੰ ਬੇਨਤੀ ਕਰ ਸਕਦਾ ਹੈ, ਤੂੰ ਫਰਿਆਦ ਕਰ ਸਕਦਾ ਹੈ, ਤੇਰਾ ਕੋਈ ਜ਼ੋਰ ਨਹੀਂ ਹੈ। ਪ੍ਰੀਤਮ ਪਿਆਰੇ ਦੇ ਅੱਗੇ ਉਹਦੀ ਮਿਹਰ ਮੰਗ ਸਕਦਾ ਹੈ। ਸੱਚੇ ਪਾਤਸ਼ਾਹ ਨੇ ਸੁਖਮਣੀ ਸਾਹਿਬ ਦੇ ਵਿੱਚ 3 ਪ੍ਰਮੁੱਖ ਵਿਸ਼ੇ ਚੁਣੇ ਹਨ। ਪਹਿਲਾ ਪ੍ਰਮੁੱਖ ਵਿਸ਼ਾ ਹੈ ਪ੍ਰਭੂ ਦੀ ਆਰਾਧਨਾ, ਪ੍ਰਭੂ ਦੀ ਸਿਫਤ ਸਲਾਹ, ਡਾਢੇ ਦਾ ਵਿਸਤਾਰ, ਉਹਦੀ ਲੀਲਾ ਦਾ ਵਿਰਾਟ ਰੂਪ। ਸੱਚੇ ਪਾਤਸ਼ਾਹ ਨੇ ਗੁਣ ਗਾਇਨ ਕੀਤਾ ਹੈ ਆਪਣੇ ਪਿਆਰੇ ਦਾ। ਦੂਸਰਾ ਪ੍ਰਮੁੱਖ ਵਿਸ਼ਾ ਹੈ
ਉਹਦੇ ਭਗਤਾਂ ਦਾ, ਪ੍ਰਭੂ ਦੇ ਭਗਤਾਂ ਦਾ, ਜਿਹੜੇ ਦਿਨ ਰਾਤ ਉਹਨੂੰ ਸਿਮਰਦੇ ਹਨ, ਪਲ ਪਲ ਛਿਨ ਛਿਨ ਉਹਨੂੰ ਯਾਦ ਕਰਦੇ ਹਨ। ਉਹ ਦਿਆਲੂ ਕਿਰਪਾਲੂ ਉਹਨਾਂ ਨੂੰ ਗਲ ਦੇ ਨਾਲ ਲਾ ਲੈਂਦਾ ਹੈ, ਆਪਣੇ ਬਣਾ ਲੈਂਦਾ ਹੈ। ਉਹਨਾਂ ਉੱਤੇ ਮੋਕਸ਼ ਦੀਆਂ ਕਿਰਨਾਂ ਛਿੜਕ ਕੇ ਰੁਸ਼ਨਾ ਦਿੰਦਾ ਹੈ। ਤੀਸਰਾ ਪ੍ਰਮੁੱਖ ਵਿਸ਼ਾ ਉਹਨਾਂ ਨੈਗੇਟਿਵ ਲੋਕਾਂ ਦਾ ਹੈ, ਨਾ ਪੱਖੀ ਜਨਤਾ ਦਾ ਹੈ, ਜਿਹੜੀ ਬੇਸ਼ੁਮਾਰ ਹੈ। ਪਰ ਉਹ ਦਿਨ ਰਾਤ ਪ੍ਰਭੂ ਦੇ ਪਿਆਰਿਆਂ ਉੱਤੇ ਟਿੱਕਾ ਟਿੱਪਣੀ ਕਰਨ ਵਾਲੇ ਲੋਕ, ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੇ ਸੰਤ ਨਿੰਦਕ, ਸੰਤ ਕੇ ਦੋਖੀ, ਦੁਸ਼ਟ ਪਾਪੀ ਹਥਿਆਰੇ, ਚੋਰ ਹਰਾਮ ਖੋਰ ਕਰਕੇ ਸੰਬੋਧਨ ਕੀਤਾ ਹੈ। ਉਹਨਾਂ ਦੀ ਪ੍ਰਭੂ ਵੱਲ ਵੀ ਪਿੱਠ ਹੈ। ਉਹ ਆਪਣੇ ਆਪ ਨੂੰ ਵੀ ਦੇਖ ਨਹੀਂ ਸਕਦੇ, ਪਹਿਚਾਣ ਨਹੀਂ ਸਕਦੇ। ਨਾ ਉਹ ਜਿਉਂਦੇ ਹਨ, ਨਾ ਉਹ ਮਰੇ ਹੋਏ ਹਨ। ਉਹਨਾਂ ਦੀ ਹੋਂਦ ਵੀ ਨਹੀਂ ਹੈ। ਇਸ ਪਦ ਦੇ ਵਿੱਚ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਮਨ ਤਨ ਆਪਣਾ ਤਿੰਨ ਜਨ ਦੇ, ਜਿਨ ਜਨ ਆਪਣਾ ਪ੍ਰਭ ਪਛਾਤਾ। ਸੱਚੇ ਪਾਤਸ਼ਾਹ ਉਹਨਾਂ ਭਗਤਾਂ, ਉਹਨਾਂ ਪਿਆਰਿਆਂ ਬਾਰੇ ਸਮਝਾ ਰਹੇ ਹਨ ਕਿ ਉਹਨਾਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ, ਡਾਢੇ ਉੱਤੇ ਕੁਰਬਾਨ ਹੋ ਗਏ, ਆਪਣਾ ਸਿਰ ਸੌਂਪ ਦਿੱਤਾ, ਆਪਣਾ ਆਪ ਵਾਰ ਦਿੱਤਾ। ਜੇ ਤੂੰ ਪਿਆਰਿਆ ਪ੍ਰਭੂ ਨੂੰ ਪਾਉਣਾ ਚਾਹੁੰਦਾ ਹੈ, ਤਾਂ ਤੂੰ ਵੀ ਆਪਣਾ ਮਨ ਤਨ ਉਹਨਾਂ ਦਾਸਾਂ, ਉਹਨਾਂ ਗੁਲਾਮਾਂ, ਉਹਨਾਂ ਸੇਵਕਾਂ ਅੱਗੇ ਢੇਰੀ ਕਰ ਦੇ, ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਪਹਿਚਾਣ ਲਿਆ ਹੈ, ਜਿਨ੍ਹਾਂ ਨੇ ਬਗਾਨਿਆਂ ਵਿੱਚੋਂ ਨਿਕਲ ਕੇ ਆਪਣੇ ਨੂੰ ਆਪਣਾ ਬਣਾ ਲਿਆ ਹੈ। ਉਹ ਦਰਵੇਸ਼ ਹਨ, ਮਲੰਗ ਹਨ, ਜਨ ਹਨ, ਸੇਵਕ ਹਨ। ਉਹ ਪ੍ਰੀਤਮ ਦੇ ਅਤ ਪਿਆਰੇ ਹਨ। ਉਹਨਾਂ ਨੂੰ ਪਹਿਚਾਣ ਆ ਗਈ। ਸੰਸਾਰੀ ਰਹਿੰਦੇ ਹੋਏ, ਗ੍ਰਸਤ ਭੋਗਦੇ ਹੋਏ ਉਹਨਾਂ ਉੱਤੇ ਬਖਸ਼ਿਸ਼ ਹੋ ਗਈ। ਸੋ ਜਨ ਸਰਬ ਥੋਕ ਕਾ ਦਾਤਾ, ਤਿਸ ਕੀ ਸ਼ਰਨ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਮਨ ਮੇਰੇ ਤਿੰਨ ਕੀ ਓਟ ਲੈ, ਉਹਨਾਂ ਦੀ ਤੂੰ ਸ਼ਰਨ ਲੈ ਲੈ। ਮੇਰੀ ਜਿੰਦੜੀਏ, ਜਿਨ੍ਹਾਂ ਨੇ ਉਹਨੂੰ ਲੱਭ ਲਿਆ ਹੈ, ਮਨ ਮੇਰੇ ਤਿੰਨ ਕੀ ਓਟ ਲੈ। ਮਨ ਤਨ ਆਪਣਾ ਤਿੰਨ ਜਨ ਦੇ, ਉਹਨਾਂ ਦਾ ਸਹਾਰਾ ਲੈ, ਜਿਨ੍ਹਾਂ ਨੂੰ ਡਾਢੇ ਦਾ ਸਹਾਰਾ ਮਿਲ ਚੁੱਕਿਆ ਹੈ। ਉਹ ਤੇਰੇ ਰੱਖਿਅਕ ਬਣ ਜਾਣਗੇ, ਕਿਉਂਕਿ ਉਹਨਾਂ ਨੇ ਆਪਣਾ ਕੁਝ ਵੀ ਨਹੀਂ ਰੱਖਿਆ। ਹੁਣ ਉਹਨਾਂ ਦੇ ਮਨਾਂ ਦੇ ਵਿੱਚ, ਹੁਣ ਉਹਨਾਂ ਦੇ ਤਨਾਂ ਦੇ ਵਿੱਚ ਉਹ ਨਹੀਂ ਵੱਸਦੇ। ਉਹਨਾਂ ਨੇ ਆਪਣੀ ਮੈਂ ਨੂੰ ਮਿਟਾ ਲਿਆ, ਆਪਣੇ ਹੰਕਾਰ ਨੂੰ ਖਤਮ ਕਰ ਲਿਆ। ਹੁਣ ਸ਼ਾਖ ਸ਼ਾਖ ਪ੍ਰਭੂ ਉਹਨਾਂ ਦੇ ਮਨ ਦੇ ਵਿੱਚ ਵੱਸਦਾ ਹੈ। ਜਿਨ ਜਿਨ ਜਨ ਆਪਣਾ ਪ੍ਰਭ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ।
ਜਿਹੜਾ ਸਾਰੀ ਸ੍ਰਿਸ਼ਟੀ ਦਾ ਦੇਣ ਵਾਲਾ ਹੈ, ਸਾਰੀਆਂ ਵਸਤੂਆਂ ਦਾ ਮਾਲਕ ਹੈ, ਉਹ ਉਹਨਾਂ ਪਿਆਰਿਆਂ ਨੇ ਪਹਿਚਾਣ ਲਿਆ। ਉਹ ਬਸ ਦਿੰਦਾ ਹੀ ਹੈ, ਭੰਡਾਰੇ ਭਰਦਾ ਹੀ ਹੈ, ਖਾਲੀਆਂ ਨੂੰ ਭਰਨ ਵਾਲਾ ਹੈ, ਨਿਮਾਣਿਆਂ ਨੂੰ ਮਾਣ ਦੇਣ ਵਾਲਾ ਹੈ, ਨਤਾਣਿਆਂ ਨੂੰ ਤਾਣ, ਬੇਸਹਾਰਿਆਂ ਨੂੰ ਸਹਾਰਾ। ਜਿੰਨੇ ਥੋਕ, ਜਿੰਨੀ ਨਿਮਰਤਾ ਦੀ ਮਰਚੈਂਡਾਈਜ਼ ਹੈ, ਜਿੰਨੀ ਸ਼ਾਂਤ ਸਬਰ ਸੰਤੋਖ ਦੀ ਇਨਵੈਂਟੋਰੀ ਹੈ, ਜਿੰਨੀ ਤਰਸ ਮਰਸੀ ਬਖਸ਼ਿਸ਼ ਮਿਹਰ ਦਾ ਭੰਡਾਰ ਹੈ, ਉਹ ਸਾਰੇ ਦਾ ਸਾਰਾ ਦਾਤੇ ਦੇ ਕੋਲ ਹੈ। ਬਸ ਵੰਡੀ ਹੀ ਜਾਂਦਾ ਹੈ। ਰੱਜਣ ਵਾਲੇ ਰੱਜ ਗਏ, ਖਾਲੀ ਭਰ ਗਏ, ਕਿਉਂਕਿ ਉਹਨਾਂ ਨੇ ਉਹਦੀ ਪਹਿਚਾਣ ਕਰ ਲਈ ਤੇ ਉਸ ਸਰਬ ਥੋਕ ਦੇ ਦਾਤੇ ਦੀ। ਤਿਸ ਕੀ ਸ਼ਰਨ ਸਰਬ ਸੁਖ ਪਾਵੈ, ਤਿਸ ਕੈ ਦਰਸ਼ ਸਭ ਪਾਪ ਮਿਟਾਵੈ। ਉਹਦੀ ਸ਼ਰਨ ਦੇ ਵਿੱਚ ਆ ਕੇ ਸਾਰੇ ਦੇ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ। ਗੁਰੂ ਪਿਆਰਿਓ, ਇਸ ਧਰਤੀ ਉੱਤੇ ਮਾਇਆ ਦਾ ਰਾਜ ਹੈ, ਮਾਇਆ ਦਾ ਸ਼ਾਸਨ ਚੱਲਦਾ ਹੈ। ਮਾਇਆ ਨੇ ਆਪਣੇ ਵੱਸ ਵਿੱਚ ਸੰਸਾਰੀਆਂ ਨੂੰ ਕਰਨਾ ਬਾਖੂਬੀ ਨਾਲ ਸਿੱਖਿਆ ਹੋਇਆ ਹੈ। ਜ਼ਿਆਦਾਤਰ ਮਾਇਆ ਦੇ ਵੱਲ ਸੰਸਾਰੀ ਜਾਂਦਾ ਹੈ ਤੇ ਮਾਇਆ ਆਪਣੇ ਜਾਲ ਦੇ ਵਿੱਚ ਫਸਾ ਲੈਂਦੀ ਹੈ। ਸੋ ਕਾਲਡ ਸੁੱਖ, ਦੁਨੀਆ ਦਾ ਸੁੱਖ, ਦੁਨੀਆ ਦਾ ਦੁੱਖ ਇੱਕ ਸਮਾਨ ਹੈ। ਇੱਕੋ ਹੀ ਤਸਵੀਰ ਦੇ ਦੋ ਪਾਸੇ ਹਨ। ਜੇ ਕਦੇ ਸੁੱਖ ਕਹਿੰਦਾ ਹੈ ਪ੍ਰਾਣੀ, ਦੂਸਰੇ ਪਲ ਹੀ ਉਹ ਦੁੱਖੋਂ ਨਿਬੜਦਾ ਹੈ। ਸੋ ਦੁੱਖ ਤੇ ਸੁੱਖ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ। ਜਿਹੜਾ ਵੀ ਪ੍ਰਾਣੀ ਮਾਇਆ ਦੀ ਸ਼ਰਨ ਵਿੱਚ ਜਾਂਦਾ ਹੈ, ਉਹਨੂੰ ਦੁੱਖ ਤੇ ਸੁੱਖ ਦੋਨੇ ਮਿਲਦੇ ਹਨ, ਪਰ ਉਹਨਾਂ ਦੁੱਖਾਂ ਦੇ ਵਿੱਚ ਸੁੱਖ ਛੁਪਿਆ ਹੋਇਆ ਹੈ, ਸੁੱਖ ਦੇ ਵਿੱਚ ਦੁੱਖ ਛੁਪੇ ਹੋਏ ਹਨ। ਪ੍ਰਾਣੀ ਨੂੰ ਸਬਰ, ਸੰਤੋਖ, ਸ਼ਾਂਤੀ ਦੋਨਾਂ ਵਿੱਚੋਂ ਹੀ ਨਹੀਂ ਮਿਲਦੇ। ਜਿਹੜਾ ਵੀ ਉਹਦੀ ਸ਼ਰਨ ਗਿਆ, ਉਹ ਹਲਕਾ ਗਿਆ ਤ੍ਰਿਸ਼ਨਾ ਦੇ ਵਿੱਚ। ਤਿਸ ਕੀ ਸ਼ਰਨ ਸਰਬ ਸੁਖ ਪਾਵੈ, ਤਿਸ ਕੈ ਦਰਸ਼ ਸਭ ਪਾਪ ਮਿਟਾਵੈ। ਪ੍ਰਭੂ ਪਿਆਰਾ ਜਿਹੜਾ ਮੰਗਦਾ ਹੀ ਨਹੀਂ, ਦਿੰਦਾ ਹੀ ਹੈ, ਪਾਪ ਕਰਦਾ ਹੀ ਨਹੀਂ, ਪਾਪ ਮਿਟਾਉਂਦਾ ਹੈ, ਪ੍ਰਾਣੀ ਨੂੰ ਨਿਮਰਤਾ ਹੀ ਬਖਸ਼ਦਾ ਹੈ, ਫਿਰ ਪ੍ਰਾਣੀ ਕਿਉਂ ਰਾਮ ਨਹੀਂ ਪਾਵੇਗਾ। ਕੱਲਾ ਤੇ ਕੱਲਾ ਸੁੱਖ, ਸ਼ਾਂਤੀ, ਪੀਸ ਆਫ ਮਾਈਂਡ ਉਹਦਾ ਉਪਦੇਸ਼ ਹੈ। ਉਹ ਬਖਸ਼ਿਸ਼ ਹੀ ਸੁੱਖ ਦੀ ਕਰਦਾ ਹੈ। ਦੁੱਖ ਨੇੜੇ ਢੁੱਕਦਾ ਹੀ ਨਹੀਂ। ਪ੍ਰਭੂ ਦੇ ਦਰਸ਼ਨਾਂ ਨਾਲ, ਪ੍ਰਭੂ ਦੇ ਦਿਦਾਰਿਆਂ ਨਾਲ ਸਾਰੇ ਦੇ ਸਾਰੇ ਮਾਇਆ ਵਾਲੇ ਪਾਪ ਮੁੱਕ ਜਾਂਦੇ ਹਨ। ਪੁਰਾਣੀ ਰੂਹਾਨੀ ਡਿਵਾਈਨ ਹੋਲੀ ਖੁਸ਼ੀ ਪ੍ਰਾਪਤ ਕਰ ਲੈਂਦਾ ਹੈ। ਹਮੇਸ਼ਾ ਦੇ ਲਈ ਪਾਪ ਵਿਨਾਸ਼ ਹੋ ਜਾਂਦੇ ਹਨ। ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ। ਹੁਣ ਤੂੰ ਆਪਣੀ ਅਕਲ ਨੂੰ ਤਿਆਗ ਦੇ। ਇਹ ਵੀ ਮਾਇਆ ਦੀ ਪ੍ਰੇਰਨਾ ਹੀ ਹੈ
ਕਿ ਤੂੰ ਹਮੇਸ਼ਾ ਹੀ ਆਪਣੀ ਅਕਲ ਨੂੰ ਵੱਡੀ ਮੰਨਦਾ ਹੈ, ਦੁਨੀਆ ਦੀ ਅਕਲ ਨੂੰ ਛੋਟੀ ਗਿਣਦਾ ਹੈ। ਇਹ ਮਾਇਆ ਨੇ ਤੈਨੂੰ ਸੋਹਣੀ ਪੜ੍ਹਾਈ ਹੋਈ ਹੈ ਕਿ ਆਪਣੀ ਥਾਲੀ ਦੇ ਵਿੱਚ ਤੈਨੂੰ ਅਕਲ ਦਾ ਲੱਡੂ ਵੱਡਾ ਲੱਗਦਾ ਹੈ, ਦੂਸਰਿਆਂ ਦਾ ਛੋਟਾ। ਹੁਣ ਤੂੰ ਪ੍ਰਭੂ ਦੇ ਰਾਹ ਉੱਤੇ ਤੁਰਿਆ ਹੈ, ਉਹਦੀ ਸੇਵਾ ਕਰਨੀ ਹੈ, ਹੰਕਾਰ ਛੱਡਣਾ ਹੈ, ਤੇ ਤੂੰ ਆਪਣੀ ਸਿਆਣਪ ਨੂੰ ਤਿਆਗ ਦੇ, ਚਤਰਾਈ ਨੂੰ ਛੱਡ ਦੇ, ਪ੍ਰਭੂ ਦੀ ਸੇਵਾ ਦੇ ਵਿੱਚ ਲੱਗ ਕੇ ਨਿਮਰਤਾ ਨੂੰ ਪਾ ਲੈ। ਮੇਰਾ ਮੇਰਾ ਛੱਡ ਕੇ ਤੇਰਾ ਤੇਰਾ ਅਪਣਾ ਲੈ। ਜਿਸ ਤਰ੍ਹਾਂ ਭਗਤਾਂ ਨੇ ਕੀਤਾ ਹੈ, ਸੇਵਕਾਂ ਨੇ ਲਾਭ ਉਠਾਇਆ ਹੈ, ਪ੍ਰਾਣੀ ਤੂੰ ਵੀ ਆਪਣੇ ਆਪ ਦੀ ਅਕਲ ਨੂੰ ਛੱਡ ਕੇ ਪ੍ਰਭੂ ਦੀ ਭਗਤੀ ਦੇ ਵਿੱਚ, ਪ੍ਰਭੂ ਦੀ ਸਾਧਨਾ ਦੇ ਵਿੱਚ, ਦਾਤੇ ਦੀ ਆਰਾਧਨਾ ਦੇ ਵਿੱਚ ਜੁਟ ਜਾ। ਆਵਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਤੇਰਾ ਜਿਹੜਾ ਜਨਮ ਮਰਨ ਹੈ ਉਹ ਸਦਾ ਦੇ ਲਈ ਭਲਿਆ ਸਮਾਪਤ ਹੋ ਜਾਵੇਗਾ। ਗੁਰੂ ਦੀ ਮਿਹਰ ਦੇ ਨਾਲ, ਪ੍ਰਭੂ ਦੀ ਭਗਤੀ ਦੇ ਨਾਲ ਤੇਰੇ ਉੱਤੇ ਅਪਾਰ ਕਿਰਪਾ ਹੋ ਜਾਵੇਗੀ। ਤੈਨੂੰ ਮੌਤ ਦਾ ਡਰ, ਵਿਛੜ ਦਾ ਵਿਜੋਗ ਸਤਾਉਂਦਾ ਰਹਿੰਦਾ ਹੈ, ਤੂੰ ਡਰਦਾ ਹੀ ਹੈ। ਤੇਰਾ ਡਰ ਖਤਮ ਕਰਨ ਦੇ ਲਈ ਪ੍ਰੀਤਮ ਨੇ ਤੇਰੇ ਮੋਢੇ ਉੱਤੇ ਹੱਥ ਰੱਖ ਦਿੱਤਾ। ਹੁਣ ਤੇਰਾ ਰੀਸਾਈਕਲਿੰਗ ਸਿਸਟਮ, ਰੀਕਾਰਨੇਸ਼ਨ ਦੇ ਵਿੱਚ ਜਾਣਾ ਆਉਣਾ, 84 ਲੱਖ ਜੂਨ ਦੀ ਘੁੰਮਣ ਘੇਰੀ ਸਮਾਪਤ ਹੋ ਗਈ ਹੈ। ਉਹ ਵੱਡਾ ਪਿਆਰਾ ਜਨ ਸੇਵਕ ਤੂੰ ਬਣ ਗਿਆ ਹੈ, ਪਰ ਤੂੰ ਉਹਨਾਂ ਪ੍ਰਾਣੀਆਂ ਵਾਂਗੂ ਜਿਨ੍ਹਾਂ ਨੇ ਪ੍ਰਭੂ ਪਾਇਆ ਹੈ, ਉਹਨਾਂ ਗੋਲਿਆਂ ਦੀ ਤਰ੍ਹਾਂ ਜਿਨ੍ਹਾਂ ਨੇ ਪ੍ਰਭੂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ, ਉਹਨਾਂ ਦਾ ਮੈਂ ਉਹਨਾਂ ਦੇ ਪੈਰ ਧੋ ਕੇ ਪੂਜੀ ਹੀ ਜਾਵਾਂ। ਸਿਰ ਉਹਨਾਂ ਦੇ ਚਰਨਾਂ ਉੱਤੇ ਟਿਕਾਈ ਰੱਖਾਂ, ਉੱਥੋਂ ਹੀ ਸਦੀਵੀ ਸ਼ਾਂਤੀ ਪ੍ਰਾਪਤ ਹੁੰਦੀ ਰਹੇਗੀ। ਡੈਥ ਐਂਡ ਬੋਰਨ, ਆਉਣਾ ਤੇ ਜਾਣਾ, ਸਦਾ ਲਈ ਸਮਾਪਤ। ਪ੍ਰਾਣੀ ਤੇਰਾ ਸੇਵਾ ਦੇ ਵਿੱਚੋਂ ਤੈਂ ਪ੍ਰਾਪਤ ਕਰ ਲਿਆ ਤੇਰਾ ਤੇਰਾ, ਮੇਰਾ ਮੇਰਾ ਦਾ ਜਬ ਹੀ ਮੁੱਕ ਗਿਆ। ਗੁਰੂ ਪਿਆਰਿਓ, ਇਸੇ ਪਦ ਨੂੰ ਆਪਾਂ ਇੱਕ ਵੇਰ ਅੰਗਰੇਜ਼ੀ ਦੇ ਵਿੱਚ ਵਿਚਾਰ ਕਰ ਲਈਏ। ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਨਾਲ, ਮਿਹਰ ਦੇ ਨਾਲ, ਸੱਚੇ ਪਾਤਸ਼ਾਹ ਨੇ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਕਿਰਪਾ ਅਪਾਰ ਕੀਤੀ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਮਨ ਮੇਰੇ ਤਿੰਨ ਕੀ ਓਟ ਲੈ, ਓ ਮਾਈ ਸੋਲ, ਸੀਕ thou their protection। ਮਨ ਤਨ ਆਪਣਾ ਤਿੰਨ ਜਨ ਦੇ, those saints who gave their heart and body unto those persons, those servants of Lord, they are good protection for you. They will support you. They will show you the path to the Lord.
They already experience it. They already found it. ਉਹਨਾਂ ਦਾ ਜਾਣਾ ਪ੍ਰਭੂ ਦੇ ਕੋਲ, ਉਹਨੂੰ ਪਾਉਣਾ, ਉਹਨਾਂ ਦਾ ਰੂਪ ਬਦਲ ਗਿਆ। ਤੂੰ ਉਹਨਾਂ ਨੂੰ ਅਪਣਾ ਸਕਦਾ ਹੈ, ਪਰ ਇਸ ਬੱਟੇ ਤੈਨੂੰ ਕੁਝ ਦੇਣਾ ਵੀ ਪੈਣਾ ਹੈ। ਤੂੰ ਆਪਣਾ ਮਨ ਤਨ ਉਹਨਾਂ ਦੇ ਅੱਗੇ ਭੇਟ ਕਰ ਦੇ। ਉਹਨਾਂ ਪ੍ਰਭੂ ਪਿਆਰਿਆਂ ਨੂੰ ਸਮਰਪਣ ਕਰ ਦੇ। ਜਨ ਆਪਣਾ ਪ੍ਰਭ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। The man who recognizes his Lord, that man is the giver of all the things. The person who worship, recite, meditate in the feet of Lord, he recognizes the giver. He already found the graceful Lord. Man is the giver of all the things. Sevak of Lord, saint of God is the giver of all things. He is in charge. God gave his values to him. God blessed him. Now he is in charge of the warehouse of kindness, mercy, blessing. तिसकी शरद सर्व सुख पावै, तिसके दर्श सब पाप मटावै। All the comforts in his sanctuary, all the divine peace in his sanctuary, you shall find all the comforts there. By his one sight, all of your sins shall be gone, shall be blotted out. You will be sinless. No more regrets, no more repentance. Now you are free. You are in comfort. Just say thanks to Lord. He is so great. Avar ਸਿਆਣਪ ਸ਼ਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ। Renounce thy all other cleverness. Your wisdom is nothing. Your thinking cannot make you succeed. So give up. This is the biggest problem you have, Mr. Human Being. Always show yourself bigger. You are not anything. Yourself is not existing. You get everything from Lord. Now Guru's wisdom is preaching you, throw away your cunningness. Take Guru's feet, or the feet of the people who achieved him, the feet of the saint. You should serve him. You should wash his feet. You should drink that water. You should always serve him. Nothing is more important for you left, just to serve beloveds of Lord, servants of God.
ਅਵਰ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। You are leaving, well finish. No more come and go. No more birth and death. Completely full stop. Finish forever. You are now everlasting person. Same like God. Because you recognize it. You recognize the saint, sadhu of Lord, worshipper of God. You finally found him, and you finally served him. Now it is in your interest that seva continue and worship the feet of the Lord's slave. That is the biggest service you are doing, which will be coming back to in blessing. No more come and go. Ever here with the Lord in his kingdom. ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਪਿਆਰਿਆਂ, ਉਹਨਾਂ ਪ੍ਰਭੂ ਦੇ ਨਫਰਾਂ, ਜਿਨ੍ਹਾਂ ਨੇ ਸੇਵਾ ਕੀਤੀ ਸਾਧੂਆਂ ਦੀ, ਅਸਲੀ ਜਿਹੜੇ ਸਰਵੈਂਟ ਲੋਕ ਜਿਨ੍ਹਾਂ ਨੇ ਪ੍ਰਭੂ ਨੂੰ ਪਾ ਲਿਆ, ਉਹਨਾਂ ਦੀ ਘਾਲਣਾ ਤੇ ਉਹ ਬਲਿਹਾਰੇ ਹੋ ਗਏ। ਸੱਚੇ ਪਾਤਸ਼ਾਹ ਸਮਝਾਉਂਦੇ ਹਨ ਕਿ ਪ੍ਰਾਣੀ, ਤੂੰ ਉਹਨਾਂ ਨੂੰ ਦੇਖ ਸਕਦਾ ਹੈ। ਉਹ ਇਸੇ ਧਰਤੀ ਉੱਤੇ ਸਰੀਰ ਦੇ ਵਿੱਚ ਵੱਸਦੇ ਹਨ। ਉਹ ਸੇਵਕ ਲੋਕ ਹਮੇਸ਼ਾ ਹੀ ਇਸ ਧਰਤੀ 'ਤੇ ਆਉਂਦੇ ਹਨ। ਜਿਸ ਤਰ੍ਹਾਂ ਵਿਦਿਆਰਥੀ ਸਕੂਲ ਜਾਂ ਕਾਲਜ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਦਾਖਲਾ ਲੈਂਦੇ ਹਨ, ਬਹੁਤ ਸਾਰੇ ਪਾਸ ਹੋ ਜਾਂਦੇ ਹਨ, ਬਿਰਲੇ ਫੇਲ ਹੋ ਜਾਂਦੇ ਹਨ। ਜਿਹੜੇ ਪਾਸ ਹੋ ਜਾਂਦੇ ਹਨ, ਉਹਨਾਂ ਨੇ ਪ੍ਰੀਖਿਆ ਦੇ ਵਿੱਚ ਤਿਆਰੀ ਕੀਤੀ, ਚੰਗੇ ਵਿਦਿਆਰਥੀਆਂ ਦਾ ਸੰਗ ਪ੍ਰਾਪਤ ਕੀਤਾ, ਉਹਨਾਂ ਨੇ ਉਹੀ ਸੇਵਾ ਕੀਤੀ ਜਿਹੜੀ ਉਹਨਾਂ ਤੋਂ ਸਿੱਖੀ। ਸੱਚੇ ਪਾਤਸ਼ਾਹ ਸਮਝਾ ਰਹੇ ਹਨ ਕਿ ਉਹ ਜਨ ਧੰਨੇ ਤੇ ਧਰੂਮ ਵਰਗੇ, ਪ੍ਰਹਲਾਦ ਤੇ ਕਬੀਰ ਵਰਗੇ ਉਹਨਾਂ ਨੇ ਪਾ ਲਿਆ। ਤੂੰ ਪਿਆਰਿਆ ਆਪਣੇ ਆਪ ਨੂੰ ਕੁਰਬਾਨ ਕਰ ਦੇ। ਇਹੀ ਸੀਕਰਟ ਹੈ ਤੇਰੇ ਲਈ, ਕਿਉਂਕਿ ਪ੍ਰਭੂ ਨੂੰ ਪਛਾਣਨ ਦੇ ਲਈ ਤੇਰੇ ਸਾਹਮਣੇ ਬਹੁਤ ਵੱਡੀ ਐਗਜ਼ਾਮਪਲ ਹਨ, ਉਦਾਹਰਨ ਹਨ। ਉਹਨਾਂ ਨੇ ਆਪਣਾ ਪ੍ਰੀਤਮ ਪਛਾਣ ਲਿਆ, ਫਿਰ ਆਰਾਧਨਾ ਦੇ ਨਾਲ ਉਹਦਾ ਗੀਤ ਗਾਇਆ। ਰਿਵਾਜ਼ਾਂ ਨੂੰ ਪਰੇ ਸੁੱਟ ਕੇ, ਦੁਨੀਆ ਦੇ ਦਸਤੂਰਾਂ ਨੂੰ ਛਿੱਕੇ ਟੰਗ ਕੇ ਪ੍ਰਭੂ ਪਿਆਰੇ ਦੀ ਭਗਤੀ ਕੀਤੀ। ਫਿਰ ਪ੍ਰਭੂ ਨੇ ਬਖਸ਼ਿਸ਼ ਕੀਤੀ ਤੇ ਉਹਨਾਂ ਨੂੰ ਨਿਹਾਲ ਕਰ ਦਿੱਤਾ। ਪ੍ਰਭੂ ਦੇ ਘਰ ਦੇ ਵਿੱਚ ਕੋਈ ਵੀ ਘਾਟਾ ਨਹੀਂ ਹੈ, ਹਰ ਚੀਜ਼ ਮੌਜੂਦ ਹੈ। ਜਿਹੜੀ ਵੀ ਚੀਜ਼ ਇਸ ਧਰਤੀ ਉੱਤੇ ਬਣੀ ਹੈ, ਇੱਕ ਵੇਰ ਹੋਂਦ ਦੇ ਵਿੱਚ ਆ ਗਈ, ਉਹ ਪ੍ਰਭੂ ਦੇ ਖਜ਼ਾਨੇ ਦੇ ਵਿੱਚ ਮੌਜੂਦ ਹੈ। ਜੋ ਕੋਈ ਵੀ ਭਗਤ ਮੰਗਦਾ ਹੈ, ਫਰਿਆਦੀ ਫਰਿਆਦ ਕਰਦਾ ਹੈ, ਪ੍ਰਭੂ ਉਹਨੂੰ ਦਿੰਦਾ ਹੈ। ਆਲਵੇਜ਼ ਡਿਲੀਵਰ।
ਜੋ ਵੀ ਫਰਿਆਦੀ ਨੇ ਫਰਿਆਦ ਕੀਤੀ, ਮੰਗਤੇ ਨੇ ਮੰਗਿਆ, ਪ੍ਰਭੂ ਨੇ ਨਿਹਾਲ ਹੋ ਕੇ ਦੇ ਦਿੱਤਾ। ਕਿਉਂਕਿ ਉਹਦੇ ਵੇਅਰ ਹਾਊਸ ਦੇ ਵਿੱਚ, ਉਹਦੇ ਭੰਡਾਰਿਆਂ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਹੈ। ਵੱਡਾ ਵੱਡਾ ਨਿਮਰਤਾ ਦਾ ਵੇਅਰ ਹਾਊਸ, ਸਾਰੀ ਸ੍ਰਿਸ਼ਟੀ ਹੀ ਉਹਦਾ ਵੇਅਰ ਹਾਊਸ ਹੈ। ਉੱਥੇ ਕਿਹੜੀ ਚੀਜ਼ ਦਾ ਘਾਟਾ ਹੈ। ਜਿਹਨੇ ਵੀ ਪਿਆਰਿਆਂ ਦੀ ਸ਼ਰਨ ਕੀਤੀ, ਪ੍ਰਭੂ ਦੇ ਪਿਆਰਿਆਂ ਦੇ ਨਾਲ ਦੋਸਤੀ ਕੀਤੀ, ਦੁਨੀਆ ਦੀ ਪਰਵਾਹ ਨਹੀਂ ਕੀਤੀ, ਉਹਨਾਂ ਦੇ ਸੰਗਮ ਦੇ ਵਿੱਚੋਂ ਪ੍ਰੀਤਮ ਨੂੰ ਪਾ ਲਿਆ। ਉਹਨਾਂ ਦੀ ਮਿਹਰ ਨਾਲ ਦਾਤੇ ਦਾ ਇੱਕ ਰੂਪ ਬਣ ਗਏ। ਗੁਰੂ ਪਿਆਰਿਓ, 21ਵੀਂ ਸਦੀ ਦੇ ਵਿੱਚ ਪਦਾਰਥ ਦਾ ਰਾਜ ਹੈ, ਵਿਗਿਆਨ ਨਾਲ ਨਾਲ ਚੱਲਦਾ ਹੈ, ਹਰ ਚੀਜ਼ ਸਬੂਤ ਦੇ ਆਧਾਰਿਤ ਹੈ। ਪ੍ਰਭੂ ਦਾ ਸਬੂਤ ਪ੍ਰਾਣੀ ਜਿਹੜੇ ਪ੍ਰਭੂ ਵਿੱਚ ਵਿਸ਼ਵਾਸ ਨਹੀਂ ਕਰਦੇ, ਉਹ ਮੰਗਦੇ ਹਨ। ਪ੍ਰਭੂ ਮਨ ਦੇ ਨਾਲ ਦਿਸਦਾ ਹੈ, ਅੱਖਾਂ ਨਾਲ ਦਿਸਣ ਵਾਲਾ ਨਹੀਂ। ਦਿਸਣ ਵਾਲਾ ਹੈ ਹੀ ਨਹੀਂ, ਉਹਦਾ ਕੋਈ ਰੂਪ ਰੰਗ ਵਜੂਦ ਹੈ ਹੀ ਨਹੀਂ। ਜਿਹੜੇ ਲੋਕ ਉਹਦਾ ਸਬੂਤ ਮੰਗਦੇ ਹਨ, ਉਹ ਦੂਸਰਿਆਂ ਉੱਤੇ ਭਾਵਨਾ ਦਾ ਘਟਾਅ ਕਰਦੇ ਹਨ, ਪਦਾਰਥ ਦਾ ਛਿੜਕਾਅ ਕਰਦੇ ਹਨ। ਦੁਨੀਆ ਨਾਸਤਿਕਤਾ ਵੱਲ ਨੂੰ ਜਾ ਰਹੀ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਜਿਹੜਿਆਂ ਨੇ ਉਹਨੂੰ ਪਾ ਲਿਆ, ਉਹ ਤੇਰੇ ਅੱਗੇ ਵੱਡਾ ਸਬੂਤ ਹਨ। ਬੜੇ ਦੁੱਖ ਦੀ ਗੱਲ ਹੈ ਕਿ ਜਿੱਥੇ ਇੱਕ ਸੰਤ ਹੈ, ਉੱਥੇ ਕਈ ਅਸੰਤ ਖੜੇ ਹੋ ਜਾਂਦੇ ਹਨ, ਜਿਹੜੇ ਸੰਗਤਾਂ ਦਾ ਸ਼ੋਸ਼ਣ ਕਰਦੇ ਹਨ, ਸੰਗਤਾਂ ਨੂੰ ਦਿਨ ਦਿਹਾੜੇ ਲੁੱਟਦੇ ਹਨ, ਤਨ ਮਨ ਧਨ ਪ੍ਰਾਪਤ ਕਰਦੇ ਹਨ, ਤੇ ਵਿਚਾਰੀ ਸੰਗਤ ਨੂੰ ਵਿਜੋਗ ਉਦਾਸ ਛੱਡ ਕੇ ਆਪ ਗੁਨਾਹਾਂ ਦੀ ਸਜ਼ਾ ਭੋਗਦੇ ਹਨ। ਮਨ ਟੁੱਟ ਜਾਂਦਾ ਹੈ, ਦਿਲ ਦੁਖੀ ਹੁੰਦਾ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਅਸਲੀ ਨੂੰ ਲੱਭ ਲੈ, ਨਕਲੀ ਦੀ ਪਹਿਚਾਣ ਕਰ। ਨਕਲੀ ਨਾਲੋਂ ਤਾਂ ਤੂੰ ਚੰਗਾ ਹੀ ਇਕੱਲਾ ਹੈ। ਆਪਣੀ ਅਕਲ ਨੂੰ ਛੱਡ ਦੇ, ਇਹਦਾ ਕੋਈ ਲਾਭ ਨਹੀਂ ਹੈ। ਇਹ ਤੈਨੂੰ ਕਿਤੇ ਵੀ ਲੈ ਕੇ ਨਹੀਂ ਗਈ, ਸਗੋਂ ਮਾਇਆ ਦੇ ਬਸ ਪਾ ਦਿੱਤਾ। ਹੁਣ ਤੈਂ ਪਹਿਚਾਣ ਲਿਆ ਉਸ ਭਗਤ ਨੂੰ, ਜਿਹਨੇ ਦਿਨ ਰਾਤ ਆਰਾਧਨਾ ਕਰਕੇ ਗੁਰ ਪ੍ਰਸਾਦ ਨਾਲ ਪ੍ਰਭੂ ਨੂੰ ਪਾ ਲਿਆ। ਉਹ ਤੇਰਾ ਮਿੱਤਰ ਬਣ ਗਿਆ, ਤੇਰਾ ਸੰਗੀ ਬਣ ਗਿਆ। ਤੂੰ ਉਹਦੀ ਸੇਵਾ ਕਰ, ਉਹਦੇ ਚਰਨਾਂ ਨੂੰ ਧੋ, ਦਿਨ ਰਾਤ ਉਹਦਾ ਚਾਕਰ ਬਣ ਜਾ, ਉਹਦਾ ਨਫਰੀ ਬਣ ਜਾ। ਜੋ ਵੀ ਤੈਨੂੰ ਉਹ ਮਿਹਰ ਬਖਸ਼ੇਗਾ, ਉਹ ਸਦੀਵੀ ਹੋਵੇਗੀ। ਤੂੰ ਉਹਦੇ ਪੈਰਾਂ ਨੂੰ ਪੂਜ, ਤੂੰ ਉਹਦੇ ਚਰਨਾਂ ਨੂੰ ਧੋ ਕੇ ਚਰਨਾਮਤ ਪੀ, ਉਹ ਅੰਮ੍ਰਿਤ ਤੈਨੂੰ ਤਾਰ ਦੇਵੇਗਾ। ਪਿਆਰਿਆ, ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਸ ਜਨ ਨੇ ਉਹਨੂੰ ਪਹਿਚਾਣਿਆ ਹੈ। ਉਹ ਹੁਣ ਜਨਮ ਮਰਨ ਦੇ ਬੰਧਨ 'ਚੋਂ ਬਾਹਰ ਹੈ। ਉਹਦਾ ਨਾਮ ਅਮਰ ਹੋ ਚੁੱਕਿਆ ਹੈ। ਉਹਦਾ ਆਉਣਾ ਜਾਣਾ ਵੀ ਮੁੱਕ ਗਿਆ। ਤੂੰ ਆਪਣੀ ਅਕਲ ਨੂੰ ਛੱਡ ਕੇ
ਉਹਦੀ ਸੇਵਾ ਦੇ ਵਿੱਚੋਂ ਮੋਕਸ਼ ਪ੍ਰਾਪਤ ਕਰ। ਦਿਆਲੂ ਕਿਰਪਾਲੂ ਤੈਨੂੰ ਉਡੀਕ ਰਿਹਾ ਹੈ, ਤੇਰੇ ਉੱਤੇ ਮਿਹਰਾਂ ਦਾ ਮੀਂਹ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ। ਤੈਂ ਦੁਨੀਆ ਪਹਿਚਾਣੀ, ਲੋਕਾਂ ਨੂੰ ਆਪਣੇ ਬਣਾਇਆ, ਬਾੜ ਦੇ ਵਿੱਚ ਝੂਠਾ ਦੁਨੀਆ ਦਾ ਗੀਤ ਗਾਇਆ। ਜਦੋਂ ਤੇਰੇ ਉੱਤੇ ਭੀੜੀ ਬਣ ਗਈ, ਦੁਨੀਆ ਭੱਜ ਗਈ, ਤੂੰ ਇਕੱਲਾ ਹੀ ਰਹਿ ਗਿਆ, ਤਾਂ ਧੰਨ ਗੁਰੂ ਅਰਜਨ ਦੇਵ ਜੀ ਤੈਨੂੰ ਨਸੀਹਤ ਦਿੰਦੇ ਹਨ, ਅਕਲ ਸਮਝਾਉਂਦੇ ਹਨ ਕਿ ਹੁਣ ਮੁੜ ਕੇ ਇਹ ਗਲਤੀ ਨਾ ਕਰ। ਪਹਿਲੀ ਵੇਰ ਤੈਨੂੰ ਮਾਫੀ ਮਿਲ ਗਈ ਦਾਤੇ ਕੋਲੋਂ, ਉਹਨੇ ਉਹਦਾ ਸੰਗੀ, ਉਹਦਾ ਪਿਆਰਾ ਤੈਨੂੰ ਬਣਾ ਦਿੱਤਾ। ਹੁਣ ਤੇਰਾ ਸਹਾਰਾ ਬਣ ਗਿਆ, ਤੇਰਾ ਡਰ ਮੁੱਕ ਗਿਆ। ਤੈਂ ਵੀ ਕੁਰਬਾਨੀ ਕੀਤੀ, ਆਪਣਾ ਮਨ ਤਨ ਉਹਨੂੰ ਦੇ ਦਿੱਤਾ, ਕਿਉਂਕਿ ਪ੍ਰਭੂ ਪਛਾਣਨ ਵਾਲਾ ਤੇਰੇ ਉੱਤੇ ਕਿਰਪਾ ਕਰਦਾ ਹੈ। ਉਸ ਦਾਤੇ ਨੂੰ ਤੇਰੇ ਨਾਲ ਮਿਲਾਉਣ ਦੇ ਲਈ ਇੱਕ ਸਹਾਰਾ ਹੈ। ਹੁਣ ਤੂੰ ਯਕੀਨ ਕੀਤਾ ਹੈ ਉਸ ਪਿਆਰੇ ਉੱਤੇ, ਤੈਨੂੰ ਸਾਰੇ ਸਰਬ ਦੇ ਸੁੱਖ, ਸਾਰੇ ਦੁਨੀਆ ਸੰਸਾਰ ਦੇ ਆਨੰਦ ਪ੍ਰਾਪਤ ਹੋ ਜਾਣੇ ਹਨ। ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਤੇਰਾ ਇਸ ਧਰਤੀ ਉੱਤੇ ਆਉਣਾ ਜਾਣਾ ਵੀ ਮੁੱਕ ਜਾਵੇਗਾ। ਜਿਹੜੀ ਇਹ ਕਠਿਨ ਜਰਨੀ ਹੈ, ਕਠਿਨ ਸਫ਼ਰ ਹੈ, ਬੜਾ ਲੰਬਾ ਹੈ। ਤੂੰ ਇਹ ਭੋਗਿਆ ਹੈ, ਹੰਢਾਇਆ ਹੈ, ਪਰ ਅੱਗੇ ਲਈ ਤੈਨੂੰ ਇਹ ਨਹੀਂ ਮਿਲੇਗਾ। ਹੁਣ ਤੇਰਾ ਵਸਾਰਾ, ਸਹਾਰਾ ਪ੍ਰਭੂ ਦੇ ਚਰਨਾਂ ਦੇ ਵਿੱਚ ਹੈ, ਜਿੱਥੇ 24 ਘੰਟੇ ਪਲ ਪਲ ਛਿਨ ਛਿਨ ਤੈਨੂੰ ਇੱਕੋ ਹੀ ਲਫ਼ਜ਼ ਯਾਦ ਆਵੇਗਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮੈਂ ਤੇਰਾ, ਪ੍ਰਭੂ ਤੂੰ ਮੇਰਾ। ਮੇਰਾ ਤਾਂ ਮੇਰੇ ਕੋਲ ਕੁਝ ਹੈ ਹੀ ਨਹੀਂ, ਜੋ ਕੁਝ ਵੀ ਮੇਰਾ ਉਹ ਤੇਰਾ ਹੀ ਹੈ। ਦਾਤਾ ਤੂੰ ਬਖਸ਼ ਲੈ, ਪ੍ਰੀਤਮ ਤੂੰ ਮਿਹਰ ਕਰ। ਤੇਰੀ ਮਿਹਰ ਮੇਰੀ ਜਾਨ ਹੈ, ਜਿੰਦ ਹੈ। ਆਵਣ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜਹੂ ਸਦ ਪੈਰਾ। ਲਾਈਫ ਡੈਥ ਕਮਿੰਗ ਗੋਇੰਗ ਫਿਨਿਸ਼। ਹਮੇਸ਼ਾ ਦੇ ਲਈ ਉਸ ਜਨ ਦੇ, ਉਸ ਸੇਵਕ ਦੇ ਪੈਰ ਪੂਜਦਾ ਰਵਾਂ, ਇਹ ਨਾਨਕ ਦੀ ਬੇਨਤੀ ਹੈ। ਗੁਰੂ ਪਿਆਰਿਓ, ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।